हुकूमत जिथे फाशीवादी तरीके नाल राज कर रही है उत्थे ये अनपढ़ां दी हुकूमत है। सब तो वध बीजेपी के MLA MP वो जिहड़े अनपढ़ ने साध ने योगी ने उन्हां नूं एजुकेशन का कुछ नहीं पता है। ये सरकार है फाशीवादी तरीके दे नाल लोकां दी जिहड़ियां जबान नूं कुचलण दी जिहड़ी कोशिश कर रही है। वो चाहुंदी है कि जो कुछ असीं कहता वो ठीक है। ਜਿਹੜੇ देश के PM साहब खुद ਦੀਆਂ जाली डिग्रियां ਚੱਕੀ ਫਿਰਦੇ ਆ ਉਹਨਾਂ ਨੂੰ ਕੀ ਪਤਾ ਕਿ ਵਿਦਿਆ ਕੀ ਹੁੰਦੀ ਹੈ। ਜਿਹੜੀ ਮੋਦੀ ਸਰਕਾਰ ਆ ਉਹ ਇੱਕ ਫਿਰਕਾ ਆਧਾਰਿਤ ਆ ਤੇ ਫਾਸ਼ੀਵਾਦੀ ਤਰੀਕੇ ਨਾਲ ਲੋਕਾਂ ਦਾ ਘਣ ਕੰਤ ਕਰੂ। ਜ਼ਰੂਰੀ ਵਸਤਾਂ ਸੋਧ ਕਾਨੂੰਨ ਉਹਨੇ ਸਾਥੋਂ ਰੋਜੀ ਰੋਟੀ ਵੀ ਖੋਣੀ ਆ। ਜੇ ਅਸੀਂ ਰੋਜੀ ਰੋਟੀ ਖਾਣ ਦੇ ਕਾਬਿਲ ਨਾ ਰਹੇ ਤਾਂ ਸਾਡੇ ਕੋਲੋਂ ਪੜ੍ਹਾਈਆਂ ਕਿੱਥੇ ਹੋਣੀਆਂ। ਸਾਡੇ ਕੋਲ ਜ਼ਮੀਨ ਦਾ ਟੁਕੜਾ ਨਾ ਰਿਹਾ ਅਸੀਂ ਪੜ੍ਹਾਈਆਂ ਕਿੱਥੋਂ ਕਰ ਲਾਂਗੇ। ਤੇ ਸਾਡੀਆਂ ਸਰਕਾਰਾਂ ਨੇ ਕਾਰਪੋਰੇਟ ਦੇ ਇਸ਼ਾਰਿਆਂ ਤੇ ਚੱਲਦੇ ਮੋਦੀ ਨੇ ਸਾਨੂੰ ਡਰਾਇਆ ਅੰਦਰ ਵੜਿਆ ਤੇ ਫਿਰ ਕਾਲੇ ਕਾਨੂੰਨ ਲਿਆਂਦੇ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਚਮਕੌਰ ਸਿੰਘ ਲੋਪੋ। ਦਰਸ਼ਕੋ ਤੁਹਾਨੂੰ ਪਤਾ ਹੈ ਕਿਸਾਨੀ ਸੰਘਰਸ਼ ਆ ਜਿਹੜਾ ਪੂਰੇ ਜ਼ੋਰਾਂ ਦੇ ਆ ਤੇ ਅੱਜ ਮੋਗਾ ਦੇ ਵਿੱਚ ਅਸੀਂ ਪਹੁੰਚੇ ਆ ਜਿੱਥੇ ਰੇਲ ਦੀ ਲੀਹ ਆ ਜਿਹੜੀ ਉਹਦੇ ਉੱਤੇ ਕਿਸਾਨ ਬੈਠੇ ਨੇ ਨਾਲ ਭੈਣਾਂ ਬੈਠੀਆਂ ਨੇ ਛੋਟੇ ਬੱਚੇ ਬੁੱਕਲਾਂ ਦੇ ਵਿੱਚ ਨੇ। ਵੱਡੀ ਗੱਲ ਹੈ ਕਿ ਘਰਾਂ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੈ ਪਰ ਇਹ ਭੈਣਾਂ ਜਿਹੜੀਆਂ ਰੇਲ ਦੀ ਲੀਹ ਦੇ ਉੱਤੇ ਬੱਚੇ ਬੁੱਕਲਾਂ ਦੇ ਵਿੱਚ ਲਈ ਬੈਠੀਆਂ। ਆਪਾਂ ਇਤਿਹਾਸ ਪੜ੍ਹੇ ਸੀ ਕਿ ਇਹੋ ਜਿਹੇ ਦਲੇਰ ਨੇ ਜਿਹੜੇ ਬੱਚਿਆਂ ਨੂੰ ਨਾਲ ਰੱਖਦੇ ਨੇ ਸਹਾਇਤਾ ਦਿੰਦੇ ਨੇ ਉਹ ਇੱਥੇ ਸਾਨੂੰ ਦੇਖਣ ਨੂੰ ਮਿਲ ਰਿਹਾ। ਸੋ ਨੌਜਵਾਨ ਆਗੂ ਆ ਗੱਲਬਾਤ ਕਰਦੇ ਆ। ਕੀ ਨਾ ਵੀਰ ਜੀ? ਮੋਹਨ ਸਿੰਘ ਔਲਖ ਹੈ ਜੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿੱਚ ਕੰਮ ਕਰਦੇ ਹਾਂ। ਹੁਣ ਕਿੰਨੇ ਕੁ ਨਾਲ ਦੇ ਸਟੂਡੈਂਟ ਪਹੁੰਚੇ ਵੇ ਤੇਰੇ? ਕਈ ਪਹੁੰਚੇ ਨੇ ਵਿਦਿਆਰਥੀ, ਪੇਪਰ ਚੱਲਦੇ ਆ ਇਹਦੇ ਬਾਵਜੂਦ ਵਿਦਿਆਰਥੀ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ। ਠੀਕ ਆ। ਜਿਹੜੀ ਸਰਕਾਰ ਹੈ ਉਹ ਕਹਿੰਦੀ ਅਨਪੜ੍ਹ ਲੋਕ ਆ ਗੁੰਮਰਾਹ ਹੋ ਕੇ ਆਏ ਆ। ਤੁਸੀਂ ਸਟੂਡੈਂਟ ਆ ਕਿਵੇਂ ਦੇਖਦੇ ਹੋ? ਦੇਖੋ ਸਾਫ਼ ਜੀ ਗੱਲ ਆ ਕਿ ਇਹ ਹਕੂਮਤ ਜਿੱਥੇ ਫਾਸ਼ੀਵਾਦੀ ਤਰੀਕੇ ਨਾਲ ਰਾਜ ਕਰ ਰਹੀ ਆ ਉੱਥੇ ਇਹ ਅਨਪੜ੍ਹਾਂ ਦੀ हुकूमत सब तो वध BJP के MLA MP वो जिहड़े अनपढ़ ने साध ने योगी ने उन्होंने एजुकेशन का कुछ नहीं पता है। ਜਿਹੜੇ देश के PM साहब खुद ਦੀਆਂ ਜਾਲੀ ਡਿਗਰੀਆਂ ਚੱਕੀ ਫਿਰਦੇ ਆ ਉਹਨਾਂ ਨੂੰ ਕੀ ਪਤਾ ਕਿ ਵਿਦਿਆ ਕੀ ਹੁੰਦੀ ਹੈ। ਸਾਡੀ ਵਿਦਿਆ ਨੇ ਸਾਨੂੰ ਇਹ ਸਿਖਾਇਆ ਕਿ ਦੇਸ਼ ਦੇ ਵਿੱਚ ਜਦੋਂ ਸੰਵਿਧਾਨ ਤੇ ਖਤਰਾ ਆਉਂਦਾ, ਲੋਕਾਂ ਦੇ ਹੱਕਾਂ ਤੇ ਖਤਰਾ ਆਉਂਦਾ, ਲੋਕਾਂ ਦੀਆਂ ਜ਼ਮੀਨਾਂ ਤੇ ਖਤਰਾ ਆਉਂਦਾ, ਲੋਕਾਂ ਦੀ ਪੜ੍ਹਾਈ ਤੇ, ਲੋਕਾਂ ਦੀਆਂ ਸਿਹਤ ਸਹੂਲਤਾਂ ਖੁੱਸਦੀਆਂ ਤਾਂ ਲੋਕ ਬੋਲਦੇ ਆ। ਅਸੀਂ ਵਿਦਿਆਰਥੀ ਆ, ਸਾਨੂੰ ਪਤਾ ਕਿ ਜਿਹੜੀ ਇਹ ਜ਼ਮੀਨ ਦੀ ਲੜਾਈ ਆ, ਖੇਤੀ ਕਾਨੂੰਨਾਂ ਦੀ ਲੜਾਈ ਆ, ਇਹ ਕੱਲੀਆਂ ਜ਼ਮੀਨਾਂ ਦਾ ਪ੍ਰਚਾਰ ਹੋ ਰਿਹਾ। ਅਸਲ ਦੇ ਵਿੱਚ ਇਹ ਲੜਾਈ ਸਾਡੀ ਹੋਂਦ ਦੀ ਲੜਾਈ ਆ ਜਿਹਨੇ ਜ਼ਮੀਨਾਂ ਖੋਣ ਦੇ ਨਾਲ ਨਾਲ ਜਿਹੜਾ ਤੀਜਾ ਕਾਨੂੰਨ ਆ ਜ਼ਰੂਰੀ ਵਸਤਾਂ ਸੋਧ ਕਾਨੂੰਨ ਉਹਨੇ ਸਾਥੋਂ ਰੋਜੀ ਰੋਟੀ ਵੀ ਖੋਣੀ ਆ। ਜੇ ਅਸੀਂ ਰੋਜੀ ਰੋਟੀ ਖਾਣ ਦੇ ਕਾਬਿਲ ਨਾ ਰਹੇ ਤਾਂ ਸਾਡੇ ਕੋਲੋਂ ਪੜ੍ਹਾਈਆਂ ਕਿੱਥੇ ਹੋਣੀਆਂ। ਸਾਡੇ ਕੋਲ ਜ਼ਮੀਨ ਦਾ ਟੁਕੜਾ ਨਾ ਰਿਹਾ ਅਸੀਂ ਪੜ੍ਹਾਈਆਂ ਕਿੱਥੋਂ ਕਰ ਲਾਂਗੇ। ਇਸ ਕਰਕੇ ਸਾਡੀ ਪੜ੍ਹਾਈ ਵੀ ਖੁੱਸਣੀ ਆ। ਸਾਨੂੰ ਇਸ ਕਰਕੇ ਲੱਗਦਾ ਕਿ ਸਾਡੀ ਹੋਂਦ ਨੂੰ ਖਤਰਾ, ਇਸ ਕਰਕੇ ਅਸੀਂ ਲੜ ਰਹੇ ਹਾਂ। ਜਦੋਂ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਕਹਿੰਦੇ ਆ ਵੀ ਵੱਧ ਤੋਂ ਵੱਧ ਵਿਦਿਆਰਥੀ ਆਓ ਜੀ, ਵੱਡਾ ਸਹਿਯੋਗ ਮਿਲਦਾ ਕਿਤੇ ਐਂ ਤਾਂ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਬੱਚਿਆਂ ਨੂੰ ਜਾ ਕੇ ਪਰਚੇ ਨਾ ਕਰਵਾ ਦਿਓ, ਫਸਾ ਨਾ ਦਿਓ, ਪੂਰਾ ਸਹਿਯੋਗ ਮਿਲਦਾ ਲੋਕਾਂ ਲਈ? ਬਿਲਕੁਲ। ਪਹਿਲਾਂ ਹਕੂਮਤ ਦਾ ਇਹ ਪ੍ਰਚਾਰ ਰਿਹਾ, ਪਹਿਲਾਂ ਸਾਰੀਆਂ ਜਥੇਬੰਦੀਆਂ ਨਾਲ, ਕਿਸਾਨ ਜਥੇਬੰਦੀਆਂ ਦਾ ਚਿਹਰਾ ਭਾਵੇਂ ਹੁਣ ਤੱਕ ਵੱਡਾ ਰਿਹਾ, ਉਹਨਾਂ ਨੇ ਬਹੁਤ ਵੱਡਾ ਤੇ ਬਹੁਤ ਅਹਿਮ ਯੋਗਦਾਨ ਪਾਇਆ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ। ਕਿਸਾਨ ਮਜ਼ਦੂਰ ਜਥੇਬੰਦੀਆਂ ਲੰਮੇ ਸਮੇਂ ਤੋਂ ਲੜਦੀਆਂ ਪਈਆਂ। ਅਸੀਂ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ। ਪਹਿਲਾਂ ਸਾਨੂੰ ਇਹ ਲਾਮੇ ਆਉਂਦੇ ਰਹੇ ਆ ਕਿ ਸਾਡੇ ਜਵਾਕ ਨੂੰ ਧਰਨੇ ਤੇ ਲਿਜਾਉਂਗੇ, ਪਰਚਾ ਹੋ ਜੂ, ਹੋਰ ਸਾਰੀਆਂ ਗੱਲਾਂ। ਪਰ ਹੁਣ ਨਹੀਂ ਕਹਿੰਦੇ ਮਾਪੇ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸਲ ਦੇ ਵਿੱਚ ਇਹੀ ਨੇ ਜਿਹੜੇ ਭਗਤ ਸਿੰਘ ਦੇ ਵਾਰਸ ਨੇ, ਇਹੀ ਨੇ ਗੁਰੂ ਸਾਹਿਬ ਦੇ ਵਾਰਸ ਨੇ। ਇਹ ਜਿਹੜੀਆਂ ਪਾਰਟੀਆਂ ਵਾਲੇ ਸਾਡੇ ਨੌਜਵਾਨਾਂ ਨੂੰ ਲੈ ਕੇ ਜਾਂਦੇ ਸੀ, ਅਸਲ ਦੇ ਵਿੱਚ ਉਹਨਾਂ ਨੇ ਸਾਡੇ ਮੁੰਡਿਆਂ ਨੂੰ, ਸਾਡੀਆਂ ਕੁੜੀਆਂ ਨੂੰ ਗਲਤ ਪਾਸੇ ਪਾਇਆ। ਕਦੇ ਨਸ਼ੇ ਵਿਕਵਾਏ, ਕਦੇ ਬੂਥ ਕੈਪਚਰਿੰਗ ਕਰਵਾਈ, ਕਦੇ ਰੈਲੀਆਂ ਤੇ ਇਕੱਠ ਕਰਾਉਣ ਵਾਸਤੇ ਸਾਡੇ ਮੁੰਡਿਆਂ ਨੂੰ, ਸਾਡੇ ਯੂਥ ਨੂੰ ਵਰਤਿਆ। ਪਰ ਹੁਣ ਉਹ ਸਮਝ ਚੁੱਕਿਆ। ਇਸੇ ਕਰਕੇ ਹੁਣ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਨੌਜਵਾਨ ਜਾਣ ਦੀ ਬਜਾਏ ਜਾਗਰੂਕ ਹੋ ਕੇ ਇਹਨਾਂ ਧਰਨਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ। ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਆ ਰਹੇ ਆ, ਸਾਡੀ ਅਗਵਾਈ ਦੇ ਵਿੱਚ ਵੀ ਆ ਰਹੇ ਆ। ਅੱਜ ਕਿੰਨੀ ਕੁ ਗਿਣਤੀ 'ਚ ਤੁਸੀਂ ਇੱਥੇ ਪਹੁੰਚੇ ਹੋ? ਦੇਖੋ ਜੀ, ਜਦੋਂ ਤੋਂ ਆਰਡੀਨੈਂਸ ਤੋਂ ਲੈ ਕੇ ਹੁਣ ਕਾਨੂੰਨ ਬਣ ਗਏ ਨੇ ਉਦੋਂ ਤੋਂ ਜਿਹੜਾ ਨੌਜਵਾਨ ਭਾਰਤ ਸਭਾ ਦਾ ਜਿਹੜਾ ਬਹੁਤ ਭਾਰੀ ਰੋਲ ਰਿਹਾ। ਹੁਣ ਵੀ ਜਿਹੜੀ ਸਾਰੀ ਦੀ ਸੂਬਾ ਕਮੇਟੀ ਜਿਹੜੀ ਨੌਜਵਾਨ ਭਾਰਤ ਸਭਾ ਦੀ ਉਹ ਦਿੱਲੀ ਅੱਡ ਅੱਡ ਬਾਰਡਰਾਂ 'ਤੇ ਜਿਹੜੀ ਬੈਠੀ ਹੋਈ ਹੈਗੀ ਆ, ਵੱਖ ਵੱਖ ਜਿਹੜੀਆਂ ਸੇਵਾਵਾਂ ਜਿਹੜੀਆਂ ਦੇ ਰਹੀ ਹੈਗੀ ਆ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀਆਂ ਹੈਗੇ ਸੰਯੁਕਤ ਮੋਰਚਾ ਲਾਉਂਦਾ ਉਸ ਤਰ੍ਹਾਂ ਹੀ ਜਿਹੜਾ ਹੈਗਾ ਕਰ ਰਹੇ ਹੈਗੇ ਪੂਰੀਆਂ। ਅੱਜ ਜਿਹੜਾ ਹੈਗਾ ਸੀਗਾ ਸੰਯੁਕਤ ਮੋਰਚੇ ਵੱਲੋਂ ਸੱਦਾ ਸੀਗਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਵੇ ਸਟੇਸ਼ਨ ਦਾ ਜਾਮ ਦਾ। ਅੱਜ ਅਸੀਂ ਵੱਖ ਵੱਖ ਪਿੰਡਾਂ ਤੋਂ ਨੌਜਵਾਨ ਭਾਰਤ ਸਭਾ ਨੇ ਜਿਹੜੀ ਭਾਰੀ ਗਿਣਤੀ ਵਿੱਚ ਇੱਥੇ ਸ਼ਮੂਲੀਅਤ ਕੀਤੀ ਆ ਤੇ ਅੱਗੇ ਤੋਂ ਵੀ ਜਿਹੜਾ ਹੈਗਾ
ਇਸ ਤਰ੍ਹਾਂ ਜਿਹੜੇ ਕਰਦੇ ਰਹਿਣਾ। ਸਰਕਾਰ ਨੂੰ ਕਿਵੇਂ ਦੇਖਦੇ ਹੋ? ਲਗਾਤਾਰ ਡਟੇ ਹੋਏ ਕਿਸਾਨ, ਸਹਾਇਤਾ ਹੋ ਰਹੀਆਂ, ਮੰਨ ਹੀ ਨਹੀਂ ਰਹੇ, ਕਿਵੇਂ ਦੇਖਦੇ ਹੋ? ਦੇਖੋ ਜੀ, ਮੇਰੇ ਤੋਂ ਪਹਿਲਾਂ ਸਾਥੀ ਨੇ ਦੱਸਿਆ ਕਿ ਜਿਹੜੀ ਇਹ ਸਰਕਾਰ ਹੈ ਇਹ ਫਾਸ਼ੀਵਾਦੀ ਤਰੀਕੇ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਜ਼ੁਬਾਨ ਨੂੰ ਕੁਚਲਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਆ। ਉਹ ਚਾਹੁੰਦੀ ਹੈ ਕਿ ਜੋ ਕੁਛ ਅਸੀਂ ਕਹਤਾ ਉਹ ਠੀਕ ਆ। ਤੁਸੀਂ ਦੇਖਿਆ ਹੋਣਾ ਕਿ ਜਦੋਂ ਬੀਜੇਪੀ ਸਰਕਾਰ ਸੱਤਾ ਦੇ ਵਿੱਚ ਆਈ ਆ, ਉਹਨੇ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਤੋਂ 377 ਧਾਰਾ ਜਿਹੜੀ 35 ਦਾ ਖਤਮ ਕੀਤਾ, ਜਿਹਨੂੰ ਇੱਕ ਵਿਸ਼ੇਸ਼ ਦਰਜੇ ਦਾ ਅਧਿਕਾਰ ਸੀਗਾ ਵੀ ਉਹਨੂੰ ਐਂ ਆ ਵੀ ਜੇ ਮੈਂ ਉਹ ਤੋਂ ਫੈਸਲੇ ਤੋਂ ਵਾਪਸ ਨਹੀਂ ਹੋਇਆ ਤਾਂ ਯਾਨੀ ਕਿ ਇਹੋ ਜਿਹੇ ਫੈਸਲੇ ਤੋਂ ਵੀ ਵਾਪਸ ਨਹੀਂ ਹੋਇਆ। ਜਿਵੇਂ ਬਾਬਰੀ ਮਸਜਿਦ ਦਾ ਜਿਹੜਾ ਰੌਲਾ ਸੀਗਾ, ਰਾਮ ਮੰਦਰ ਉੱਥੇ ਉਸਾਰਿਆ, ਇਹੋ ਜਿਹੇ ਜਿਹੜੇ ਬਹੁਤ ਸਾਰੇ ਉਹਨਾਂ ਨੇ ਜਿਹੜੇ ਹੈਗੇ ਆ ਆਪਦੇ ਕਾਨੂੰਨ ਪਾਸ ਕੀਤੇ ਜਿਹੜੇ ਯਾਨੀ ਕਿ ਇਸ਼ਾਰਾ ਕਰਦੇ ਵੀ ਯਾਨੀ ਕਿ ਫਾਸ਼ੀਵਾਦ ਤਰੀਕੇ ਜਿਹੜੀ ਮੋਦੀ ਸਰਕਾਰ ਜਿਹੜੇ ਹੁਣ ਤੱਕ ਉਹਨਾਂ ਨੇ ਕੰਮ ਕੀਤਾ। ਉਦੋਂ ਬਾਅਦ ਫਿਰ ਸੱਤਾ 'ਤੇ ਆ ਗਈ, ਉਹ ਚਾਹੇ ਰਾਮ ਮੰਦਰ ਦੇ ਨਾਮ 'ਤੇ ਉਹਨਾਂ ਨੇ ਵੋਟਾਂ ਲੈ ਲਈਆਂ, ਪਰ ਜਿਹੜੀ ਮੋਦੀ ਸਰਕਾਰ ਆ ਉਹ ਇੱਕ ਫਿਰਕਾ ਆਧਾਰਿਤ ਆ ਅਤੇ ਫਾਸ਼ੀਵਾਦ ਤਰੀਕੇ ਨਾਲ ਲੋਕਾਂ ਦਾ ਘਣ ਤੇ ਤੁਰੀ ਹੋਈ ਹੈ। ਤੁਹਾਨੂੰ ਲੱਗਦਾ ਨਹੀਂ ਵੀ ਲੋਕ ਆ ਜਿਹੜੇ ਧਰਮ ਦੇ ਨਾਂ 'ਤੇ ਛੇਤੀ ਭੜਕ ਜਾਂਦੇ ਆ, ਮਗਰ ਵੀ ਛੇਤੀ ਲੱਗਦੇ ਆ? ਹਜੇ ਤੱਕ ਵੀ ਲੋਕ ਆ ਜਿਹੜੇ ਬੀਜੇਪੀ ਇੰਨਾ ਕੁਝ ਵਾਪਰ ਗਿਆ ਫਿਰ ਵੀ ਨਹੀਂ ਖਹਿੜਾ ਛੱਡ ਰਹੇ। ਮੋਗੇ ਤੋਂ ਵੀ ਇੱਕ ਭਾਵੇਂ ਸ਼ਹਿਰ ਦੇ ਵਿੱਚੋਂ ਇੱਕ ਉਹਨਾਂ ਦਾ ਬੀਜੇਪੀ ਦਾ ਐਮਸੀ ਬਣਿਆ, ਹੋਰ ਆਪਣੇ ਜ਼ਿਲ੍ਹੇ ਦੇ ਵਿੱਚੋਂ ਨਹੀਂ ਬਣਿਆ। ਤੁਹਾਨੂੰ ਕਿਵੇਂ ਲੱਗਦਾ ਵੀ ਹੁਣ ਵੀ ਜਿਹੜਾ ਝੰਡੇ ਝੁੰਡੇ ਦੇ ਨਾਂ 'ਤੇ ਸਿੱਖਾਂ ਨੂੰ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ ਆਪਸ ਵਿੱਚ ਦੀ ਲੜਾ ਕੇ ਇਹ ਸਾਰਾ ਸਿਸਟਮ ਖਤਮ ਕਰਨਾ ਚਾਹੁੰਦੀ ਸਰਕਾਰ? ਦੇਖੋ, ਜਿਹੜਾ ਸਾਡਾ ਭਾਰਤ ਦੇਸ਼ ਆ ਉਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਰਹਿੰਦੇ ਆ ਅਤੇ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਭਾਸ਼ਾਵਾਂ ਬੋਲੀਆਂ ਜਾਂਦੀਆਂ। ਇਸ ਕਰਕੇ ਯਾਨੀ ਕਿ ਜਿਹੜਾ ਬਹੁਤ ਕੌਮੀ ਅਤੇ ਬਹੁਤ ਧਰਮੀ ਜਿਹੜਾ ਦੇਸ਼ ਹੈਗਾ, ਤਾਂ ਇਹ ਜਿਹੜੀਆਂ ਸਰਕਾਰ ਦੀਆਂ ਚਾਲਾਂ ਪਹਿਲਾਂ ਤੋਂ ਹੀ ਰਹੀਆਂ, ਚਾਹੇ ਬੀਜੇਪੀ ਤੋਂ ਬਿਨਾਂ ਜਿਹੜੀ ਕੋਈ ਵੀ ਸਰਕਾਰ ਸੀਗੀ, ਉਹਨਾਂ ਨੇ ਵੀ ਇਸ ਤਰ੍ਹਾਂ ਦੇ ਜਿਹੜੇ ਤਰੀਕੇ ਅਪਣਾਏ ਆ ਸੱਤਾ 'ਤੇ ਰਹਿਣ ਵਾਸਤੇ। ਤਾਂ ਜਿਹੜੇ ਤਰੀਕੇ ਆ ਇਹ ਇੱਕ ਸਮਾਂ ਜਿਹੜਾ ਉਹਨਾਂ ਦੇ ਕੰਮ ਕਰਨਗੇ, ਜਿਵੇਂ ਜਿਵੇਂ ਲੋਕਾਂ ਨੂੰ ਸਮਝ ਆਊਗੀ ਇਹ ਤਰੀਕੇ ਉਹਨਾਂ ਦੇ ਖਤਮ ਹੋ ਜਾਣੇ ਆ, ਕਿਉਂਕਿ ਹੁਣ ਲੋਕ ਸਮਝ ਚੁੱਕੇ ਆ। ਕਿਉਂਕਿ ਜਿਹੜੇ ਹਿੰਦੂ ਆ ਜਾਂ ਸਿੱਖ ਆ ਜਾਂ ਕੋਈ ਹੋਰ ਈਸਾਈ ਬੋਧੀ ਜੈਨੀ ਜਿੰਨੇ ਵੀ ਹੈਗੇ ਆ, ਉਹ ਆਪਸ ਵਿੱਚ ਤਾਂ ਨਹੀਂ ਲੜਦੇ, ਉਹ ਸਰਕਾਰ ਦੀਆਂ ਨੀਤੀਆਂ ਇਹਨਾਂ ਚਾਲਾਂ ਨੂੰ ਸਮਝ ਚੁੱਕੇ ਆ ਕਿ ਇਹ ਜਿਹੜੀ ਸਰਕਾਰ ਆ ਇਹ ਫਿਰਕੂ ਆਧਾਰਿਤ ਧਰਮ ਦੇ ਆਧਾਰ ਜਿਹੜੀ ਹੈਗੀ ਆ ਲੋਕਾਂ ਨੂੰ ਲੜਾ ਕੇ ਆਪਦੀ ਸੱਤਾ 'ਤੇ ਬਿਰਾਜਮਾਨ ਰਹਿਣਾ ਚਾਹੁੰਦੀ। ਇਸ ਕਰਕੇ ਹੁਣ ਲੋਕ ਉਹਨਾਂ ਦੀ ਜਿਹੜੀਆਂ ਚਾਲਾਂ ਉਹ ਸਮਝ ਗਏ ਆ ਅਤੇ ਬਾਹਲਾ ਦੇਰ ਜਾਣੀ ਕਿ ਇਹ ਹੁਣ ਨਹੀਂ ਉਹਨਾਂ ਦਾ ਚੱਲੂਗਾ। ਲੋਕ ਚੰਗੀ ਤਰ੍ਹਾਂ ਸਮਝ ਕੇ ਤਾਂ ਉਹਨਾਂ ਨੂੰ ਹੁਣ ਜਿਹੜਾ ਇਲੈਕਸ਼ਨ ਹੋਇਆ ਉਹਦੇ 'ਚ ਮੋਹਰ ਤੋੜਨ ਵਾਲੀ ਬੀਜੇਪੀ ਨੂੰ ਜਵਾਬ ਦਿੱਤਾ ਅਤੇ ਦੇਣਗੇ ਵੀ। ਆਖਰ 'ਤੇ ਵੀਰ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਜਦੋਂ 26 ਦਾ ਰੌਲਾ ਪਿਆ ਉਸ ਤੋਂ ਬਾਅਦ 'ਚ ਨੌਜਵਾਨ ਜਿਹੜੇ ਘਟੇ ਆ ਗਿਣਤੀ, ਉੱਥੇ ਅਸੀਂ ਖੁਦ ਉੱਥੇ ਸੀ, ਕਿਉਂਕਿ ਮਾਪੇ ਵੀ ਡਰ ਜਾਂਦੇ ਆ ਵੀ ਸਾਡੇ ਬੱਚੇ 'ਤੇ ਕੋਈ ਕੇਸ ਨਾ ਪੈ ਜੇ। ਕਹਿੰਦੇ 200 ਹਜੇ ਵੀ ਅਣਪਛਾਤਾ ਵਿਅਕਤੀ ਲਿਖਿਆ ਚੱਕ ਉਹਨਾਂ 'ਚ ਨਾ ਪਾ ਦੇਣ। ਬਿਆਨ ਦੇਣ ਤੋਂ ਵੀ ਨੌਜਵਾਨ ਡਰ ਰਹੇ ਨੇ, ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਦੇਖੋ ਜੀ, ਜਦੋਂ ਕੋਈ ਵੀ ਸੰਘਰਸ਼ ਸਿਖਰਾਂ 'ਤੇ ਹੁੰਦਾ ਅਤੇ ਜਿਹੜੀ ਸਰਕਾਰ ਦੀ ਭੂਮਿਕਾ ਇਹੀ ਹੁੰਦੀ ਹੈ ਕਿ ਤਰ੍ਹਾਂ ਦੇ ਉਹਨੂੰ ਫੇਲ ਕਰਨ ਵਾਸਤੇ ਤਰੀਕੇ ਅਪਣਾਏ ਜਾਂਦੇ ਆ। ਜੋ ਕੁਛ 26 ਨੂੰ ਹੋਇਆ ਉਹਦੇ ਬਾਰੇ ਅਸੀਂ ਕੁਛ ਕਹਿਣਾ ਨਹੀਂ ਚਾਹਾਂਗੇ, ਕਿਉਂਕਿ ਇਹ ਜਿਹੜੀ ਸਰਕਾਰ ਦੀਆਂ ਚਾਲਾਂ ਸੀਗੀਆਂ, ਜਿਵੇਂ ਪਹਿਲਾਂ ਦੱਸਿਆ ਮੈਂ ਕਿ ਵੀ ਇਸ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ ਤਰ੍ਹਾਂ ਦੀ ਜਿਹੜੀਆਂ ਚਾਲਾਂ ਉਹਨਾਂ ਨੇ ਕੀਤੀਆਂ। ਅਤੇ ਜਿਹੜਾ ਨੌਜਵਾਨ ਤਬਕਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹ ਜਿਹੜੇ ਨੌਜਵਾਨ ਵਾਪਸ ਜਿਹੜੇ ਆਏ ਉਹ ਸੀਗੇ ਜਿਹੜੇ 26 ਤਰੀਕ ਵਾਸਤੇ ਹੀ ਗਏ ਸੀਗੇ। ਹੁਣ ਵੀ ਜਿਹੜੀ ਵੱਡੀ ਗਿਣਤੀ ਵਿੱਚ ਜਥੇਬੰਦ ਜਿਹੜੀ ਨੌਜਵਾਨ ਹੈਗੇ ਆ, ਉਹ ਵੱਡੀ ਗਿਣਤੀ ਵਿੱਚ ਜਿਹੜੇ ਸਾਰੇ ਮੋਰਚਿਆਂ 'ਤੇ ਡਟੇ ਹੋਏ ਆ। ਅਤੇ ਜਿਵੇਂ ਪਹਿਲਾਂ ਮੋਰਚਾ ਚੱਲ ਰਿਹਾ ਸੀ ਉਦੋਂ ਵਧੇਰੇ ਯਾਨੀ ਕਿ ਗੁਣਾ ਵਧੀਆ ਤਰੀਕੇ ਨਾਲ ਜਿਹੜੇ ਮੋਰਚੇ ਚੱਲ ਰਹੇ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਉੱਥੇ ਸ਼ਮੂਲੀਅਤ ਕਰ ਰਹੇ ਅਤੇ ਸ਼ਾਮਲ ਹੋ ਰਹੇ ਆ, ਆਪਦੀਆਂ ਜਿਹੜੀਆਂ ਸੇਵਾਵਾਂ ਨਿਭਾ ਰਹੇ ਆ। ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ। ਲਾਸਟ 'ਤੇ ਇਹੀ ਸੰਦੇਸ਼ ਦਿੰਦੇ ਆ ਕਿ ਜਿਹੜੇ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਜਿਹੜੇ ਵਾਚ ਕਰ ਰਹੇ ਆ, ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸੰਯੁਕਤ ਮੋਰਚਾ ਜਿਹੜਾ ਪੇਜ ਬਣਿਆ ਹੋਇਆ ਉਹਨੂੰ ਫੋਲੋ ਕਰੋ, ਉਹ ਤੋਂ ਸਹੀ ਜਿਹੜੀ ਰਿਪੋਰਟ ਆ ਜਾਣਕਾਰੀ ਲਵੋ ਅਤੇ ਜਥੇਬੰਦੀਆਂ ਦਾ ਸਾਥ ਦਿਓ ਅਤੇ ਜਿਹੜੀ ਹੈਗੀ ਆ ਮਤਲਬ ਗਲਤ ਅਫਵਾਹਾਂ ਦਾ ਜਿਹੜਾ ਸ਼ਿਕਾਰ ਨਾ ਹੋਵੋ, ਤਾਂ ਜਿਹੜੀ ਆਪਾਂ ਜਿੱਤ ਵੱਲ ਵੱਧ ਸਕਦੇ ਹਾਂ। ਇਹੀ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਹਾਂ। ਸੋ ਦਰਸ਼ਕੋ, ਇਹਨਾਂ ਦਾ ਕਹਿਣ ਤੋਂ ਭਾਵ ਆ ਕਿ ਸਾਰਿਆਂ ਨੇ ਬੜੇ ਸੁਚੇਤ ਹੋ ਕੇ ਰਹਿਣ ਦੀ ਲੋੜ ਆ। ਅਸੀਂ ਹੋਰ ਵੀ ਤੁਹਾਡੀ ਆਗੂਆਂ ਨਾਲ ਗੱਲਬਾਤ ਕਰਾਵਾਂਗੇ, ਕਿਉਂਕਿ ਵੱਡੀ ਪੱਧਰ 'ਤੇ ਕਿਸਾਨ ਆਗੂ ਨੇ, ਬਹੁਤ ਰਹਿ ਗਏ ਨੇ ਕਿਸਾਨ ਆਗੂ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਾਉਣੀ ਸੀ। ਫਿਰ ਵੀ ਜਿੰਨੇ ਕੁ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ। ਇੱਕ ਬੱਚੀ ਆ, ਸਵੇਰ ਤੋਂ ਜੇ ਦੇਖਿਆ ਜਾਵੇ ਰੇਲਵੇ ਟਰੈਕ ਦੇ ਉੱਤੇ ਟਰੈਕਟਰ ਵਾਲਾ ਜਿਹੜਾ ਬਣਾ ਕੇ ਆਪਣਾ ਹੀ ਚਾਰਟ ਹੱਥ ਦੇ ਵਿੱਚ ਲੈ ਕੇ ਕਿਸਾਨਾਂ ਦੀ ਸਪੋਰਟ ਦੇ ਵਿੱਚ ਬੈਠੀ ਆ। ਉਹਦੇ ਨਾਲ ਆਪਾਂ ਗੱਲਬਾਤ ਕਰਦੇ ਆ। ਕਿਹੜੀ ਜਥੇਬੰਦੀ ਵੱਲੋਂ, ਕਿਹੜੇ ਪਿੰਡ ਤੋਂ ਹੈ, ਕੀ ਨਾਮ ਬੇਟਾ? ਜੀ ਮੇਰਾ ਨਾਮ ਰਮਨਦੀਪ ਕੌਰ ਆ, ਮੈਂ ਮੋਗੇ ਤੋਂ ਲੋਕਲ ਆ। ਮੈਂ ਪੰਜਾਬ ਸਟੂਡੈਂਟ ਯੂਨੀਅਨ ਦੀ ਸਟੂਡੈਂਟ ਸਾਂ, ਮੈਂ ਉੱਥੋਂ ਦੀ। ਕਿਹੜੀ ਕਲਾਸ 'ਚ ਪੜ੍ਹਦੇ ਹੋ ਬੇਟਾ? ਜੀ ਮੈਂ ITI ਕਰਦੀ ਹਾਂ। ITI ਕਰਦੇ ਹੋ, ਕੰਪਿਊਟਰ ਦੀ। ਇਹ ਸੰਘਰਸ਼ 'ਚ ਇਹ ਜਥੇਬੰਦੀ ਨਾਲ ਬੇਟਾ ਕਿੰਨੇ ਕੁ ਟਾਈਮ ਤੋਂ ਜੁੜੇ ਆ ਤੁਸੀਂ? ਅਸੀਂ ਇੱਥੇ ਵਾਹਵਾ ਟਾਈਮ ਤੋਂ ਜੁੜੇ ਹੋਏ ਹਾਂ ਇਸ ਜਥੇਬੰਦੀ ਦੇ ਵਿੱਚ ਅਸੀਂ। ਅਤੇ ਜਦੋਂ ਦਾ ਸੰਘਰਸ਼ ਸ਼ੁਰੂ ਹੋਇਆ ਵਾ ਉਦੋਂ ਦੇ ਅਸੀਂ ਉਦੋਂ ਦੇ ਹੀ ਅਸੀਂ ਇਸ ਸੰਘਰਸ਼ ਦੇ ਨਾਲ ਲੜ ਰਹੇ ਹਾਂ ਹਨ। ਅਤੇ ਅਸੀਂ ਦਿੱਲੀ ਵੀ ਜਾ ਕੇ ਆਏ ਹਾਂ। ਠੀਕ ਹੈ। ਹਾਂਜੀ। ਅਤੇ ਘਰ ਦੇ ਕੀ ਕਹਿੰਦੇ ਆ ਵੀ ਸੰਘਰਸ਼ ਦੇ ਵਿੱਚ, ਜਾਂ ਹੋਰ ਤੁਹਾਡੇ ਜਿਹੜੇ ਰਿਲੇਟਡ ਆ, ਤੁਹਾਡੀਆਂ ਸਹੇਲੀਆਂ
ਜਾਂ ਆਂਟੀਆਂ ਨੇ, ਚਾਚੀਆਂ, ਤਾਈਆਂ ਕੀ ਕਹਿੰਦੀਆਂ ਵੀ ਸੰਘਰਸ਼ ਦੇ ਵਿੱਚ ਆਈ ਆਪਾਂ ਨੂੰ ਲੜਨਾ ਚਾਹੀਦਾ ਹੈ, ਕਿ ਤੁਹਾਨੂੰ ਕਹਿੰਦੇ ਆ ਵੀ ਪੁੱਤ ਤੁਸੀਂ ਨਾ ਜਾਇਆ ਕਰੋ, ਉੱਥੇ ਨਹੀਂ ਜਾਈਦਾ ਹੁੰਦਾ, ਠੀਕ ਨਹੀਂ, ਕਿਵੇਂ ਕਹਿੰਦੇ ਨੇ? ਵੈਸੇ ਸਾਡੇ ਘਰ ਦੇ ਮੈਨੂੰ ਆਏ, ਮੇਰੇ ਘਰਦੇ ਆ ਉਹ ਮੈਨੂੰ ਐਂ ਜ਼ਿਆਦਾ ਕਿਤੇ ਜਾਣ ਨਹੀਂ ਦਿੰਦੇਗੇ। ਤੇ ਮੇਰੇ ਘਰਦਿਆਂ ਨੂੰ ਆਏ ਸੀ ਜਦੋਂ ਮੈਂ ਦਿੱਲੀ ਵੀ ਗਈ ਸੀ ਨਾ, ਤੇ ਉੱਥੇ ਜਦੋਂ 26 ਨੂੰ ਜੋ ਉੱਥੇ ਰੌਲਾ ਪਿਆ ਸੀਗਾ, ਤੇ ਸਾਡੇ ਘਰ ਦੇ ਬਹੁਤ ਜ਼ਿਆਦਾ ਡਰ ਗਏ ਸੀਗੇ। ਤੇ ਉਹਨਾਂ ਨੇ ਸਾਨੂੰ ਉੱਥੋਂ ਇਹ ਫੋਨ ਕਰਨੇ ਸ਼ੁਰੂ ਕਰਤੇ। ਉਹ ਕਹਿੰਦੇ ਕਿ ਉੱਥੇ ਬਹੁਤ ਕੁਝ ਹੋ ਰਿਹਾ ਵਾ, ਤੇ ਤੁਸੀਂ ਜਲਦੀ ਵਾਪਸ ਆ ਜਾਓ ਇੱਥੇ। ਅਸੀਂ ਕਿਹਾ ਜਿਹੜੀਆਂ ਕੁਝ ਉੱਥੇ ਹੋਇਆ ਵਾ, ਉਸ ਤੋਂ ਬਾਅਦ ਜਿਹੜੀਆਂ ਗਲਤ ਅਫਵਾਹਾਂ ਫੈਲਾਈਆਂ ਗਈਆਂ ਵਾ ਜੀ, ਉਹ ਬਹੁਤ ਜ਼ਿਆਦਾ ਉਹਨਾਂ ਨੇ ਅਫਵਾਹਾਂ ਫੈਲਾਈਆਂ, ਘਰਦਿਆਂ ਨੂੰ ਬਾਅਦ ਚੋਂ ਡਰਾਇਆ, ਗਲਤ ਨਿਊਜ਼ਾਂ ਭੇਜੀਆਂ ਉਹਨਾਂ ਨੇ, ਟੀਵੀ ਦੇ ਵਿੱਚ ਗਲਤ ਨਿਊਜ਼ ਆਈਆਂ। ਸਾਨੂੰ ਵੀ ਐਂ ਫੋਨ ਗਿਆ ਸੀ ਘਰੋਂ ਵੀ ਭੱਜਿਓ, ਟੀਵੀ ਦੇ ਉੱਤੇ ਆ ਰਿਹਾ, ਇੱਥੇ ਰੋੜੇ ਚੱਲ ਗਏ, ਗੋਲੀਆਂ ਚੱਲ ਗਏ। ਪੁੱਤ ਇਹਨੂੰ ਅੰਦੋਲਨ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕੀ ਲੱਗਦਾ ਤੁਹਾਨੂੰ ਵੀ ਮੋਦੀ ਹੈ ਜਿਹੜਾ ਕਿੰਨਾ ਕੁ ਗਲਤ ਕਰ ਰਿਹਾ ਹੈ? ਕਿਵੇਂ ਦੇਖਦੇ ਹੋ? ਕੀ ਮਨ ਦੇ ਵਿੱਚ ਆ ਤੁਹਾਡੇ ਇਹ ਅੰਦੋਲਨ ਪ੍ਰਤੀ? ਸਾਡੇ ਮਤਲਬ ਕਿ ਇੱਦਾਂ ਵਾ, ਜੇ ਕਾਨੂੰਨ ਰੱਦ ਹੋ ਜਾਂਦੇ ਆ ਤਾਂ ਬਹੁਤ ਵਧੀਆ ਗੱਲ ਆ। ਜੇ ਨਹੀਂ ਇਹ ਰੱਦ ਹੁੰਦੇ ਤੇ ਗਾਂਹ ਜਾ ਕੇ ਮਤਲਬ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਜਾਣਾ ਵਾ। ਜਿਹੜੀਆਂ ਪੜ੍ਹਾਈਆਂ ਵਾ, ਉਹ ਵੀ ਜਿਹੜੇ ਬੱਚਿਆਂ ਦੇ ਸੁਪਨੇ ਆ, ਉਹ ਵੀ ਵਿੱਚ ਵਿਚਾਲੇ ਰਹਿ ਜਾਣੇ ਨੇ, ਉਹ ਵੀ ਪੂਰੇ ਨਹੀਂ ਹੋ ਪਾਉਣਗੇ। ਤੇ ਜਿਹੜੇ ਘਰ ਦੇ ਨੇ ਪਹਿਲਾਂ ਹੀ ਉਹ ਮਜ਼ਦੂਰੀ ਕਰਕੇ ਕੰਮ ਕਰਦੇ ਨੇ, ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਨੇ, ਤੇ ਜੇ ਗਾਂਹ ਜਾ ਕੇ ਜੇ ਸਾਰਾ ਕੁਝ ਮੋਦੀ ਨੇ ਕਰਤਾ, ਬੰਦ ਕਰਤਾ ਹੈ ਨਾ, ਸਰਕਾਰੀ ਜੇ ਕੁਝ ਰਹੂਗਾ ਹੀ ਨਹੀਂਗਾ, ਤੇ ਫਿਰ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਜਾਣਾ ਵਾ ਅੱਗੇ ਜਾ ਕੇ, ਜੇ ਕਾਨੂੰਨ ਰੱਦ ਨਹੀਂ ਹੁੰਦੇ ਤਾਂ। ਜਿਵੇਂ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਦੇਤਾ, ਏਅਰਪੋਰਟ ਤੱਕ ਦੇ ਜਹਾਜ਼ ਵੀ ਸਾਰਾ ਕੁਝ ਵੇਚੀ ਜਾਂਦਾ ਹੈ, ਤਾਂ ਹਸਪਤਾਲਾਂ 'ਚ ਵੀ ਪ੍ਰਾਈਵੇਟ ਕਰਤੇ, ਤੇ ਫਿਰ ਠੀਕ ਹੈ ਬੱਚੇ ਪੜ੍ਹ ਕੇ ਨੌਕਰੀ ਕਿੱਥੇ ਕਰਨਗੇ, ਹੈ ਨਾ? ਹਾਂਜੀ, ਇਹ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਣੀ ਆ ਅੱਗੇ ਜਾ ਕੇ। ਨਾ ਬੱਚੇ ਫਿਰ ਪੜ੍ਹਨ ਵਾਸਤੇ ਵੀ ਨਹੀਂ ਅੱਗੇ ਵੱਧ ਪਾਉਣਗੇ, ਘਰੇ ਬੈਠੇ ਰਹਿ ਜਾਣਗੇ। ਜਿਵੇਂ ਪਹਿਲਾਂ ਲੋਕ ਅਨਪੜ੍ਹ ਰਹਿ ਜਾਂਦੇ ਸੀਗੇ, ਤੇ ਹੁਣ ਵੀ ਗਾਂਹ ਜਾ ਕੇ ਜੇ ਇੱਦਾਂ ਹੀ ਚੱਲਦਾ ਰਿਹਾ, ਅੰਦੋਲਨ ਰੱਦ ਨਾ ਹੋਏ ਕਾਨੂੰਨ, ਤੇ ਬਹੁਤ ਜ਼ਿਆਦਾ ਮੁਸ਼ਕਿਲ ਆ ਜਾਣੀ ਆ ਅੱਗੇ ਜਾ ਕੇ ਜੀ। ਠੀਕ ਹੈ, ਸੋ ਮੋਦੀ ਨੂੰ ਵੀ ਦੇਖਣਾ ਚਾਹੀਦਾ, ਜਿਹੜੇ ਛੋਟੇ ਛੋਟੇ ਬੱਚੇ ਆ ਉਹ ਵੀ ਇਹ ਕਹਿ ਰਹੇ ਨੇ ਕਿ ਜਿਹੜੇ ਕਾਨੂੰਨ ਆ ਮਾੜੇ ਬਣ ਗਏ ਨੇ, ਗਲਤ ਬਣ ਗਏ ਨੇ, ਇਹਨਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ। ਸੋ ਸਾਡੇ ਨਾਲ ਕੁਝ ਹੋਰ ਵੀ ਆਗੂ ਖੜੇ ਨੇ ਜਿਹੜੇ ਇੱਥੇ ਧਰਨੇ ਦੇ ਵਿੱਚ ਜਿਨ੍ਹਾਂ ਸ਼ਮੂਲੀਅਤ ਕੀਤੀ ਆ। ਪੁੱਛਦੇ ਆਪਾਂ ਕਿੱਥੋਂ ਆਏ ਨੇ, ਕੀ ਨਾਂ ਹੈ ਜੀ ਆਪਣਾ? ਮੇਰਾ ਨਾਮ ਮਹਿੰਦਰ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਅਸੀਂ ਪਿੰਡ ਧੂੜਕੋਟ ਨਿਹਾਲ ਸਿੰਘ ਵਾਲੇ ਤੋਂ ਆਏ। ਅੱਛਾ, ਕਿੰਨੇ ਕੁ ਸਾਥੀ ਆਏ ਜੀ ਤੁਹਾਡੇ ਨਾਲ? ਸਾਡੇ ਨਾਲ ਸਾਥੀ ਜੀ ਲਗਾਤਾਰ ਹੀ ਆਉਂਦੇ, ਜਦੋਂ ਕੋਈ ਧਰਨਾ ਹੁੰਦਾ ਜਾਂ ਕੋਈ ਵੀ ਰੈਲੀ ਹੈ ਜਾਂ ਕੋਈ ਦਿੱਲੀ ਦਾ ਮੋਰਚਾ ਹੈ, ਅਸੀਂ ਵੱਧ ਤੋਂ ਵੱਧ ਬੰਦੇ ਲੈ ਕੇ ਆਉਂਦੇ। ਅੱਜ ਵੀ ਅਸੀਂ ਘੱਟੋ ਘੱਟ ਪਿੰਡ ਦੇ ਵਿੱਚੋਂ 50 ਬੰਦੇ ਇੱਥੇ ਆਏ ਹਾਂ। ਜੇ ਦੇਖਿਆ ਜਾਵੇ ਇਹ ਕਾਨੂੰਨ ਆ ਜਿਹੜੇ, ਇਹਨਾਂ ਨੂੰ ਪਹਿਲਾਂ ਤਾਂ ਦੱਸੋ ਇਹ ਕਾਨੂੰਨਾਂ ਨੂੰ ਕਿਵੇਂ ਦੇਖਦੇ ਹੋ? ਇਹ ਸਾਰੇ ਵਰਗਾਂ ਲਈ ਮਾੜੇ ਆ, ਕਿਉਂਕਿ ਪਿੰਡਾਂ ਦੇ ਵਿੱਚੋਂ ਅਜੇ ਜਿਹੜੇ ਜ਼ਮੀਨਾਂ ਵਾਲੇ ਲੋਕ ਆ ਜਾਂ ਜ਼ਿਮੀਂਦਾਰ ਕਹਿ ਲੈਂਦੇ ਆ, ਉਹ ਜਾ ਰਹੇ ਨੇ। ਗਰੀਬ ਲੋਕ ਕਹਿੰਦੇ ਜਿਹੜੇ ਘੱਟ ਜਾ ਰਹੇ ਨੇ, ਦਲਿਤ ਲੋਕ ਘੱਟ ਜਾ ਰਹੇ ਨੇ। ਕੀ ਕਾਰਨ ਮੰਨਦੇ? ਉਹਨਾਂ ਨਾਲ ਸਹੀ ਤਾਲਮੇਲ ਨਹੀਂ ਹੋਇਆ, ਜਾਂ ਉਹਨਾਂ ਨੂੰ ਲੱਗਦਾ ਵੀ ਕਾਨੂੰਨ ਸਾਡੇ ਲਈ ਨਹੀਂ, ਇਹ ਜੱਟਾਂ ਲਈ ਆ? ਤੁਸੀਂ ਕਿਵੇਂ ਮੰਨਦੇ ਹੋ? ਘਾਟ ਕਿੱਥੇ ਜੇ ਲੱਗਦੀ ਤੁਹਾਨੂੰ? ਉਹਦੀ ਘਾਟ ਇਸ ਗੱਲ ਦੀ ਹੈ ਵੀ ਪਹਿਲਾਂ ਜਿਵੇਂ ਅਸੀਂ ਪਹਿਲਾਂ ਤੋਂ ਲਗਾਤਾਰ ਹੀ 94-95 ਤੋਂ ਇਹ ਗੱਲਾਂ ਕਹਿ ਰਹੇ ਹਾਂ। ਹਾਂਜੀ, ਵੀ ਇਹ ਜਿਹੜੇ ਕਾਨੂੰਨ ਆ ਸਰਕਾਰਾਂ ਲੈ ਕੇ ਮਾੜੇ ਕਾਨੂੰਨ ਲੈ ਕੇ ਆਈਆਂ, ਇਹ ਲੋਕਾਂ ਦੀ ਖਾਤਰ ਘਾਤਕ ਹੈ। ਕਿ ਜਿਹੜੇ ਕਿਸਾਨ ਮਜ਼ਦੂਰ ਆ ਸਾਡੇ, ਉਹ ਅਨਪੜ੍ਹ ਸੀ, ਇਹਨਾਂ ਗੱਲਾਂ ਤੋਂ ਬੇਖਬਰ ਸੀ, ਤੇ ਜਿਉਂ-ਜਿਉਂ ਲੋਕਾਂ ਜਾਗਰਤੀ ਆਈ ਆ, ਜਿਉਂ-ਜਿਉਂ ਅਸੀਂ ਦਿੱਲੀ ਨੂੰ ਚਾਲੇ ਪਾਏ ਆ, ਤੇ ਜਿਹੜੇ ਮਜ਼ਦੂਰ ਆ ਪਿੰਡਾਂ ਦੇ, ਉਹ ਬਹੁਤ ਸਿਆਣੇ ਆ, ਉਹਨਾਂ ਨੂੰ ਲਾਮਬੰਦ ਕਰਕੇ ਅਸੀਂ ਘੱਲਿਆ। ਹੁਣ ਵੀ ਜੇ ਕਹੀਏ ਦਿੱਲੀਆਂ ਦੀ ਸਰਹੱਦਾਂ 'ਤੇ ਘੱਟੋ ਘੱਟ ਜੇ 100 ਦੇ ਵਿੱਚੋਂ 40 ਮਜ਼ਦੂਰ ਉੱਥੇ ਆ, 60 ਕਿਸਾਨ ਹੈ। ਠੀਕ ਹੈ, ਕਿਉਂਕਿ ਇਹ ਜਿਹੜੇ ਕਾਨੂੰਨ ਆ ਇਹ ਸਾਰਿਆਂ ਵਾਸਤੇ ਹੀ ਮਾੜੇ ਆ। ਉਹਨਾਂ ਦੀ ਨੀਤੀ ਇਹ ਹੈ ਵੀ ਦੇਸ਼ ਦੇ ਵਿੱਚ 100 ਦੇ ਵਿੱਚੋਂ ਇੱਥੇ 20 ਬੰਦਿਆਂ ਦੀ ਲੋੜ ਹੈ, 80 ਬੰਦਿਆਂ ਦੀ ਲੋੜ ਨਹੀਂ ਹੈ, ਕਿ ਉਹ ਧਰਤੀ ਤੇ ਸਾਡੇ ਤੇ ਭਾਰ ਹੈ। ਠੀਕ ਹੈ ਜੀ। ਹਾਂਜੀ, ਹੋਰ ਕੀ ਅਪੀਲ ਕਰਨਾ ਚਾਹੁੰਦੇ ਹੋ? ਕੀ ਕਹਿਣਾ ਚਾਹੁੰਦੇ ਹੋ? ਕੀ ਅਪੀਲ ਕਰਨੀ ਚਾਹੁੰਦੇ? ਅਸੀਂ ਕਹਿਣਾ ਚਾਹੁੰਦਾ ਵੀ ਜਿਹੜੇ ਕਾਨੂੰਨ ਇਹ ਲੋਕਾਂ ਨੂੰ, ਇਕੱਲੇ ਕਿਸਾਨਾਂ ਨੂੰ ਮਾਰੂ ਨਹੀਂ, ਇਹ ਸਾਰੇ ਦੇਸ਼ ਨੂੰ ਮਾਰੂਗਾ ਜੀ। ਇਹਨਾਂ ਨੇ ਸਾਡੇ ਜਿਵੇਂ ਸਕੂਲ ਆ, ਉਹ ਸਕੂਲ ਵੀ ਸਾਡੇ ਬਦਨਾਮ ਕਰਕੇ ਵੀ ਜਿਹੜੇ ਸਕੂਲਾਂ ਦੇ ਵਿੱਚ ਮੈਡਮਾਂ ਜਾਂ ਸਾਡੇ ਮਾਸਟਰ ਆ, ਉਹ ਪੜ੍ਹਾਉਂਦੇ ਨਹੀਂ, ਉਹਨਾਂ ਦਾ ਪਿੱਛਾ ਛੱਡਤਾ, ਉਹਨਾਂ ਦਾ ਵੇਖਣਾ ਛੱਡਤਾ। ਜਿਵੇਂ ਆਪਾਂ ਖੇਤ ਦੇ ਵਿੱਚ ਖੇਤ ਗੇੜਾ ਹੀ ਨਾ ਮਾਰ ਕੇ ਤੇ ਉਹ ਢੱਠੇ ਜਰ ਜਾਂਦੇ ਆ ਵੀ ਸਾਡਾ ਕੋਈ ਨਿਕਲਣਾ ਹੀ ਨਹੀਂ। ਉੱਥੇ ਪਹਿਲਾਂ ਉਹਨਾਂ ਨੇ ਸਕੂਲ ਬਦਨਾਮ ਕਰੇ ਕਿ ਉਹ 'ਚੋਂ ਪ੍ਰਾਈਵੇਟ ਸਕੂਲ ਕੱਢੇ ਗਏ, ਫਿਰ ਸਾਡੇ ਹਸਪਤਾਲ ਬਦਨਾਮ ਕੀਤੇ ਗਏ, ਕਿਉਂਕਿ ਉੱਥੇ ਮਰੀਜ਼ਾਂ ਦੀ ਦੇਖਭਾਲ ਨਾ ਕਰੀ ਗਈ, ਉੱਥੇ ਕੋਈ ਦਵਾਈ ਨਾ ਪਹੁੰਚਾਈ ਗਈ, ਉੱਥੇ ਕੋਈ ਡਾਕਟਰ ਨਹੀਂ ਉੱਥੇ ਰੱਖੇ ਗਏ, ਤੇ ਉਹ ਬਦਨਾਮ ਕਰਕੇ ਇਹਨਾਂ ਨੇ ਉਹ 'ਚੋਂ ਪ੍ਰਾਈਵੇਟ ਹਸਪਤਾਲ ਕਰਤੇ। ਹੁਣ ਇਹਨਾਂ ਨੇ ਸਾਡਾ ਸਾਰਾ ਕੁਝ ਹੀ
ਬਦਨਾਮ ਕਰਕੇ ਕਿਸਾਨਾਂ ਨੂੰ ਕੁੱਲ ਚੀਜ਼ ਕਿਸਾਨਾਂ ਨੂੰ ਮਹਿੰਗੀ ਦੇ ਕੇ 4-4 ਵਜੇ ਦਵਾਈ ਛਿੜਕੀ ਗੁੱਲੀ ਡੰਡੇ ਦੀ ਜਾਂ ਦੂਜੀਆਂ ਦਵਾਈਆਂ ਛਿੜਕੀਆਂ ਕੀੜੇ ਮਾਰ, ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਉਹ ਕਿਸਾਨਾਂ ਦੇ ਭਾਰ ਬਣ ਗਿਆ, ਉਹਨਾਂ ਦੀਆਂ ਲਾਗਤ ਖਰਚੇ ਵੱਧ ਗਏ, ਉਹਨਾਂ ਨੂੰ ਆਮਦਨ ਘਟ ਗਈ। ਇਸ ਕਰਕੇ ਜਦੋਂ ਕਿਸਾਨ ਨੂੰ ਇਹ ਪਤਾ ਲੱਗਿਆ ਵੀ ਸਾਡੇ ਕੋਲੇ ਬਚਦਾ ਹੀ ਕੁਛ ਨਹੀਂ ਤੇ ਉਹ ਜ਼ਮੀਨ ਤੋਂ ਉਖੜ ਗਏ ਤੇ ਉਹ ਬੇਰੁਜ਼ਗਾਰ ਹੈ। ਉਹਨਾਂ ਦੇ ਬੱਚਿਆਂ ਨੂੰ ਕੋਈ ਰੁਜ਼ਗਾਰ ਨਹੀਂ, ਉਹਨਾਂ ਨੂੰ ਕੋਈ ਪੜ੍ਹਾਈ ਨਹੀਂ, ਜੇ ਪੜ੍ਹਿਆ ਲਿਖਿਆ ਉਹਨੂੰ ਕੋਈ ਰੁਜ਼ਗਾਰ ਨਹੀਂ, ਉਹਨਾਂ ਦੀ ਕੀਮਤ ਉਹਨਾਂ ਦੀ ਆਮਦਨ ਘਟਣੀ ਕਰਕੇ ਉਹ ਖੁਦਕਸ਼ੀਆਂ ਦੇ ਰਾਹ ਪੈ ਗਿਆ। ਸਰਕਾਰ ਨੇ ਸੋਚਿਆ ਨਹੀਂ ਵੀ ਇਹਨਾਂ ਨੂੰ ਬਚਾਉਣਾ ਕਿਵੇਂ ਹੈ। ਉਹਨਾਂ ਦਾ ਹੱਕ ਸੀ, ਇਹਨਾਂ ਨੂੰ ਲੰਮਾ ਕਰਜ਼ਾ ਲੰਮੀਆਂ ਕਿਸ਼ਤਾਂ ਦੇਣਾ ਚਾਹੀਦਾ ਸੀ ਕਿ ਉਹਨਾਂ ਨੂੰ ਇਲਾਜ ਫਰੀ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਦੇਣੀ ਚਾਹੀਦੀ ਸੀ ਕਿ ਉਹਨਾਂ ਨੇ ਨਹੀਂ ਕੀਤਾ, ਤਾਂ ਕਰਕੇ ਖੁਦਕਸ਼ੀਆਂ ਦੇ ਰਾਹ ਪਏ। ਤੇ ਹੁਣ ਲੋਕਾਂ ਨੂੰ ਜਾਗਰਤੀ ਆਈ ਹੈ ਤੇ ਅਸੀਂ ਇਹ ਸੰਘਰਸ਼ ਜਿੱਤਾਂਗੇ। ਅਸੀਂ ਦਿੱਲੀ ਦੇ ਵਿੱਚ ਮੋਰਚੇ ਲਾਏ ਆ, ਉਹਨਾਂ ਚਿਰ ਅਸੀਂ ਨਹੀਂ ਉੱਠਾਂਗੇ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ। ਇਹਦੇ ਵਿੱਚ ਇਹ ਵੀ ਆ ਵੀ ਸਾਰੇ ਲੋਕ ਆ ਜਿਹੜੇ ਸਾਡੇ ਕਿਸਾਨ ਜਾਂ ਮਜ਼ਦੂਰ ਜਾਂ ਸਾਡੇ ਭਾਈਚਾਰਾ ਸ਼ਹਿਰਾਂ ਦੇ ਆ, ਉਹ ਵੱਡੇ ਵੱਡੇ ਮਾਲ ਖੋਲ੍ਹ ਕੇ ਉਹਨਾਂ ਨੇ ਵੀ ਉਹਨੂੰ ਬੇਰੁਜ਼ਗਾਰ ਕਰ ਦੇਣਾ। ਸਾਡੇ ਕਿਸਾਨ ਤਾਂ ਕਰ ਹੀ ਦਿੱਤੇ ਆ, ਯਾਨੀ ਲੇਬਰ ਵੀ ਖਤਮ ਹੋ ਗਈ। ਸਾਡੇ ਕਿਸਾਨਾਂ ਦੇ ਵਿੱਚ ਜਿਹੜੀ ਜ਼ਰੂਰਤ ਸੀ ਉਹ ਉਹਨਾਂ ਨੂੰ ਨਸ਼ੇ ਦੇ ਕੇ ਸਾਡਾ ਘਾਣ ਕੀਤਾ ਪੰਜਾਬ ਦਾ। ਪਿਛਲੇ ਸਮੇਂ ਦੇ ਵਿੱਚ ਜਦੋਂ ਮਾੜੇ ਦਿਨ ਲਿਆਂਦੇ ਉਦੋਂ ਵੀ ਇਹਨਾਂ ਨੇ ਮਾੜੇ ਦਿਨ ਲਿਆ ਕੇ 40,000 ਮੁੰਡਾ ਕੁੜੀ ਸਾਡਾ ਮੌਤ ਦੇ ਘਾਟ ਉਤਾਰਿਆ। ਕਿ ਹੁਣ ਜਾਗਰਤੀ ਆਈ ਤੇ ਅਸੀਂ ਦੇਸ਼ ਦੇ ਵਿੱਚ ਸਾਰੇ ਵਰਗਾਂ ਨੂੰ ਇਕੱਠੇ ਕਰਕੇ ਉਹ ਕਾਲੇ ਕਾਨੂੰਨ ਰੱਦ ਕਰਾਵਾਂਗੇ ਤੇ ਲੋਕਾਂ ਦੇ ਵਿੱਚ ਖੁਸ਼ਹਾਲੀ ਲੈ ਕੇ ਆਵਾਂਗੇ। ਜਿਵੇਂ ਸਾਡੇ ਸਕੂਲਾਂ ਦੇ ਵਿੱਚ ਮਾਸਟਰ ਤੇ ਹਸਪਤਾਲਾਂ ਵਿੱਚ ਡਾਕਟਰ, ਸਾਡੇ ਬਿਜਲੀ ਮਹਿਕਮੇ, ਸਾਰਾ ਹਰਿਆ ਭਰਿਆ ਹੀ ਦੇਸ਼ ਬਣਾਵਾਂਗੇ। ਇਸ ਕਰਕੇ ਸਾਡੀ ਲੜਾਈ ਹੈ ਜਿਹੜੀ ਜਾਰੀ ਹੋਊਗੀ। ਪ੍ਰਧਾਨ ਜੀ, ਤੁਹਾਨੂੰ ਮੈਂ ਇਹ ਗੱਲਾਂ ਤੋਂ ਹੀ ਇੱਕ ਆਖਰੀ ਸਵਾਲ ਕਰਨਾ ਚਾਹੁੰਦਾ, ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਹੁਣ ਲੋਕੀ ਜਾਗਰਤੀ ਆ ਗਈ ਹੈ, ਲੋਕੀ ਜਾਗਰੂਕ ਹੋ ਗਏ। ਵੱਡੀ ਗੱਲ ਆ, ਧਰਨਿਆਂ ਦੇ ਵਿੱਚ ਸਮੂਲੀਅਤ ਕਰਨ ਲੱਗ ਗਏ। ਜਿਹੜੇ ਧਰਨਿਆਂ ਦੇ ਵਿੱਚ ਅੱਗੇ 5-5 ਜਾਣੇ ਹੁੰਦੇ ਸੀ, ਅੱਜ ਲੱਖਾਂ ਦਾ ਇਕੱਠ ਹੋਣ ਲੱਗ ਗਿਆ। ਤੁਹਾਨੂੰ ਲੱਗਦਾ ਇਦੋਂ ਗਾਂ ਵੀ ਐਂ ਜਾਗਰਤੀ ਰਹੂਗੀ ਜਿਵੇਂ ਹੁਣ ਇੱਕ ਝੰਡੇ ਥੱਲੇ ਇਕੱਠੇ ਹੋ ਗਏ ਆ? ਕਿ ਇਹ ਤਾਂ ਨਹੀਂ ਵੀ ਜੇ ਕਾਨੂੰਨ ਰੱਦ ਹੋ ਜਾਂਦੇ ਆ ਫਿਰ ਉਸੇ ਤਰ੍ਹਾਂ ਹੀ ਲੋਕੀ ਕਾਲੀ, ਕਾਂਗਰਸੀ, ਝਾੜੂ ਵਾਲੇ ਤਬਦੀਲੀ ਹੋਊਗੀ, ਚੰਗੇ ਬੰਦੇ ਨੂੰ ਲਿਆਉਣਗੇ ਲੋਕ ਅੱਗੇ? ਦੇਖੋ ਜੀ, ਗੱਲ ਇਹ ਆ ਵੀ ਅਸੀਂ ਅੱਗੇ ਵੋਟਾਂ ਹੀ ਪਾਉਂਦੇ ਸੀ ਇਕੱਲੇ ਲੋਕ। ਹਾਂਜੀ, ਅਸੀਂ ਬਥੇਰਾ ਲੋਕਾਂ ਨੂੰ ਸਮਝਾਉਂਦੇ ਸੀ ਵੀ ਭਾਵੇਂ ਸਾਡੀ ਵੋਟ ਜਿਵੇਂ ਕੋਈ ਦਾਣਾ ਸਿੱਟਦਾ ਖੇਤ 'ਚ ਦੱਬਿਆ ਜਾਵੇ ਹਰਾ ਹੋ ਜਾਏਗਾ। ਜਦੋਂ ਅਸੀਂ ਦਾਣੇ ਖਿਲਾਰ ਤੇ ਹਰੇ ਨਹੀਂ ਹੋਣੇ, ਅਸੀਂ ਵੋਟਾਂ ਪਾਉਂਦੇ ਰਹੇ। ਉਹ ਸਾਡੇ ਖਾਤਰ ਕੋਈ ਕੰਮ ਨਹੀਂ ਕੀਤਾ। ਅਸੀਂ ਕੋਈ ਜ਼ਿਮੀਂਦਾਰ ਕੋਈ ਦਿਹਾੜੀਆ ਲੈ ਜਾਂਦਾ ਖੇਤ, ਜੇ ਉਹ ਖੇਤ 'ਚ ਕੰਮ ਨਹੀਂ ਕਰਦਾ ਉਹਨੂੰ ਤੜਕੇ ਨੂੰ ਜਵਾਬ ਦੇ ਦਿੰਦੇ ਵੀ ਤੂੰ ਕੰਮ ਨਹੀਂ ਕਰਿਆ। ਐਡੀਆਂ ਜ਼ਿੰਮੇਵਾਰੀਆਂ ਦੇ ਕੇ ਅਸੀਂ ਸਾਡੇ MLA, ਸਾਡੇ MP ਜਾਂ ਸਾਡੇ ਪਿੰਡਾਂ ਦੇ ਸਰਪੰਚ ਜਾਂ ਮੈਂਬਰ, ਉਹਨਾਂ ਨੂੰ ਅਸੀਂ ਪੁੱਛਿਆ ਤੱਕ ਨਹੀਂ ਵੀ ਸਾਡੇ ਬਾਰੇ ਕੀ ਬੋਲੇ ਬਈ, ਸਾਡੇ ਵਾਸਤੇ ਕੀ ਕਾਨੂੰਨ ਬਣਾਏ। ਇਹ ਲੋਕ ਆਉਣ ਵਾਲੀ ਜਿਹੜੀ ਪੀੜ੍ਹੀ ਆ, ਪੜ੍ਹੇ ਲਿਖੇ ਮੁੰਡੇ ਆ ਜਾਂ ਕੁੜੀਆਂ ਜਾਂ ਸਾਡੇ ਘਰਾਂ ਦੀਆਂ ਔਰਤਾਂ, ਉਹ ਜਿਹੜੇ MP ਜਾਂ MLA ਜਾਂ ਸਾਡੇ ਸਰਪੰਚ ਪਿੰਡਾਂ ਦੇ, ਉਹ ਆਪਦੀ ਦੇਖਭਾਲ ਕਰਕੇ ਚੰਗੇ ਚੁਣਨਗੇ ਤੇ ਉਹਨਾਂ ਨੂੰ ਕਟਹਿਰੇ 'ਚ ਖੜੇ ਕਰਨਗੇ, ਉਹਨਾਂ ਨੂੰ ਸਵਾਲ ਕਰਿਆ ਕਰਨਗੇ ਵੀ ਸਾਡੇ ਵਾਸਤੇ ਕੀ ਕਰਿਆ। ਤੇ ਜਿਹੜੇ ਆ ਮਾੜੇ ਕਾਨੂੰਨ ਲਿਆਂਦੇ, ਉਹ ਸਾਡੀਆਂ ਸਰਕਾਰਾਂ ਨੇ ਮਾੜੇ ਬੰਦੇ ਚੁਣ ਕੇ ਕਰਕੇ ਇਹਨਾਂ ਨੂੰ ਗੁੰਮਰਾਹ ਕਰਕੇ ਇਹਨਾਂ ਦੀ ਬੇਰੁਜ਼ਗਾਰੀ ਦਾ, ਇਹਨਾਂ ਦੀ ਭੁੱਖਮਰੀ ਦਾ ਫਾਇਦਾ ਉਠਾ ਕੇ ਇਹ ਕਾਲੇ ਕਾਨੂੰਨ ਲਿਆਂਦੇ ਜੀ। ਠੀਕ ਹੈ। ਸੋ ਸਾਡੇ ਨਾਲ ਹੋਰ ਵੀ ਕੁਝ ਆਗੂ ਨੇ, ਆਪਾਂ ਉਹਨਾਂ ਕੀ ਨਾਂ ਜੀ ਆਪਣਾ? ਰਵਿੰਦਰ ਸਿੰਘ, ਪਿੰਡ ਧੂੜਕੋਟ ਸਿੰਘ, ਕੁੱਲ ਹਿੰਦ ਕਿਸਾਨ ਸਭਾ ਵੱਲੋਂ ਮੈਂ ਇੱਥੇ ਧਰਨੇ ਸਮੂਲੀਅਤ ਕੀਤੀ ਹੈ। ਠੀਕ ਹੈ। ਜੇ ਦੇਖਿਆ ਜਾਵੇ ਲੋਕ ਵੱਡੀ ਪੱਧਰ ਤੇ ਅੱਜ ਆਏ ਆ, ਆਪਾਂ ਹੁਣ ਐਂਡ ਤੇ ਖੜੇ ਆ। ਧਰਨਾ ਆਪਾਂ ਦੇਖਿਆ ਸ਼ੁਰੂਆਤ ਤੋਂ ਲੈ ਕੇ ਬਹੁਤ ਉਤਸ਼ਾਹ ਹੈ ਲੋਕਾਂ 'ਚ। ਕਿਵੇਂ ਦੇਖਦੇ ਹੋ ਉਤਸ਼ਾਹ ਨੂੰ, ਕਿਵੇਂ ਦੇਖਦੇ ਹੋ ਕਾਨੂੰਨਾਂ? ਮੋਦੀ ਨੇ ਸਾਨੂੰ ਪਿਛਲੇ 6 ਮਹੀਨਿਆਂ ਤੋਂ ਜਿਨ੍ਹਾਂ ਨੂੰ ਲੋਕਾਂ ਨੂੰ ਅਨਪੜ੍ਹ ਕਹਿੰਦਾ ਸੀਗਾ, ਸਾਡੇ ਲੀਡਰਾਂ ਨੇ ਉਹਨਾਂ ਨੂੰ ਪੜ੍ਹਾਤਾ। ਉਹ ਸਕੂਲਾਂ ਕਾਲਜਾਂ 'ਚ ਨਹੀਂ ਪੜ੍ਹਾਇਆ। ਇਹ ਧਰਨਿਆਂ ਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਚੇਤਨ ਕਰਤਾ ਤੇ ਉਹਨਾਂ ਨੂੰ MA ਤੇ PH ਦੀਆਂ ਡਿਗਰੀਆਂ ਦੇਤੀਆਂ ਤੇ ਲੋਕ ਚੇਤਨ ਹੋ ਗਏ ਆ। ਅੱਜ ਤੋਂ ਬਾਅਦ ਸਾਨੂੰ ਕੋਈ ਅਨਪੜ੍ਹ ਨਹੀਂ ਕਹਿ ਸਕਦਾ। ਜਦੋਂ ਸਾਡੇ ਜਥੇਬੰਦੀਆਂ ਨੂੰ, ਲੀਡਰਾਂ ਨੂੰ ਮੋਦੀ ਕਹਿੰਦਾ ਸੀ ਵੀ ਇਹਨਾਂ ਨੂੰ ਕੁਝ ਨਹੀਂ, ਕਾਨੂੰਨ ਬਹੁਤ ਵਧੇਗਾ, ਤਾਂ ਸਾਡੇ ਲੀਡਰਾਂ ਨੇ, ਸਾਡੇ ਜਿਹੜਾ ਖੇਤੀ ਮੰਤਰੀ ਸੀ ਉਹਨੂੰ ਕੱਲੀ ਮਦਦ ਦਾ ਜਦੋਂ ਜਵਾਬ ਦਿੱਤਾ ਤੇ ਉਹਨੂੰ ਕੋਈ ਜਵਾਬ ਨਹੀਂ ਆਉਂਦਾ ਸੀਗਾ ਤੇ ਉਹ ਪੁੱਛਣ ਦੀ ਖਾਤਰ ਉਹ ਕਮਰਿਆਂ 'ਚ ਵੜ ਜਾਂਦਾ ਸੀ, ਆਪਦੇ ਵੱਡੇ ਆਗੂਆਂ ਦੇ ਨਾਲ ਗੱਲ ਨਹੀਂ ਕਰਦਾ ਜਿਨ੍ਹਾਂ ਨੂੰ ਅਨਪੜ੍ਹ ਕਹਿੰਦਾ ਸੀਗਾ। ਉਹਨਾਂ ਨੇ ਉਹ ਲੋਕਾਂ ਨੂੰ ਪੜ੍ਹਾਤਾ ਜਿਹੜੇ ਕਹਿੰਦੇ ਸਾਡੇ ਕੋਲੇ ਵੱਡੀਆਂ ਡਿਗਰੀਆਂ ਏ। ਤੇ ਸਾਥੀਓ, ਕਿਉਂਕਿ ਸਾਡੇ ਜਿਹੜੇ ਲੋਕ ਚੇਤਨ ਹੋ ਚੁੱਕੇ ਆ, ਲੋਕਾਂ ਨੂੰ ਆਪਦੇ ਅਧਿਕਾਰਾਂ ਦਾ ਪਤਾ ਲੱਗ ਗਿਆ ਏ, ਹੁਣ ਤੱਕ ਸਾਨੂੰ ਲੁੱਟਦੇ ਰਹੇ ਆ। ਕਿਉਂਕਿ ਇਹ ਸਰਕਾਰਾਂ ਨਹੀਂ ਚਾਹੁੰਦੀਆਂ, ਕਾਰਪੋਰੇਟ ਘਰਾਣੇ ਨਹੀਂ ਚਾਹੁੰਦੇ ਕਿ ਸਾਡੇ ਇਹ ਲੋਕ ਪੜ੍ਹ ਜਾਣ। ਇਹਨਾਂ ਨੇ ਸਾਨੂੰ ਪੜ੍ਹਨ ਵੀ ਨਹੀਂ ਦਿੱਤਾ ਤੇ ਇਹਨਾਂ ਨੇ ਸਾਨੂੰ ਸੋਚਣ ਵੀ ਨਹੀਂ ਦਿੱਤਾ। ਪਰ ਸਦਕੇ ਜਾਈਏ ਉਹਨਾਂ ਲੀਡਰਾਂ ਦੇ, ਸਾਡੇ ਸਾਂਝੇ ਕਿਸਾਨ ਮੋਰਚੇ ਦੇ, ਜਿਨ੍ਹਾਂ ਨੇ ਪਿਛਲੇ 6 ਮਹੀਨਿਆਂ ਤੋਂ ਸਾਨੂੰ, ਸਾਡੇ ਲੋਕਾਂ ਨੂੰ ਇਹਨਾਂ ਨੇ ਡਿਗਰੀਆਂ ਕਰਾਤੀਆਂ ਤੇ ਹੁਣ ਅਸੀਂ ਆਪਦੇ ਇਮਤਿਹਾਨਾਂ 'ਚੋਂ ਫੇਲ ਨਹੀਂ ਹੁੰਦੇਗੇ। ਠੀਕ ਹੈ ਜੀ। ਆਖਰ ਤੇ ਪ੍ਰਧਾਨ ਜੀ, ਜਿੱਦੇ ਹੁਣ ਤੁਹਾਡੀ ਉੱਥੇ ਮੀਟਿੰਗ ਹੋਈ, ਸਾਡੇ ਸਾਥੀ
ਮੰਗਤ ਵੀਰ ਜੀ ਵੀ ਖੜੇ ਨੇ, ਜਗਜੀਤ ਸਿੰਘ ਵੀ ਖੜੇ ਨੇ, ਹੋਰ ਵੀ ਬਹੁਤ ਸਾਥੀ ਹੈ। ਇਹਨਾਂ ਦੀ ਕਿਸੇ ਦਿਨ ਆਪਾਂ ਉੱਥੇ ਬਹਾ ਕੇ ਜ਼ਰੂਰ ਸਪੈਸ਼ਲ ਇੰਟਰਵਿਊ ਵੀ ਕਰਾਂਗੇ ਇਸ ਵਿਸ਼ੇ ਦੇ ਉੱਤੇ। ਆਖਰ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਤਾਂ ਸੰਦੇਸ਼ ਇਹੀ ਦਿੰਦਾ ਵੀ ਕਿਰਤੀ ਕਿਸਾਨ ਆਹ ਮਜ਼ਦੂਰਾਂ ਦੀ ਕਹਿੰਦੇ ਘਾਟ ਆ ਉੱਥੇ। ਹਾਂਜੀ, ਮੈਂ ਤੁਹਾਨੂੰ ਖੁਦ ਦੱਸਦਾ ਵੀ ਅਸੀਂ 23 ਤਰੀਕ ਨੂੰ ਨਰੇਗਾ ਦੀ ਇੱਕ ਪਿੰਡ ਧੂੜਕੋਟ ਵਿੱਚੋਂ ਇੱਕ ਪੂਰੀ ਟਰਾਲੀ ਲੈ ਕੇ ਗਏ ਆ। ਉਹਦੇ ਵਿੱਚ 20 ਸਾਡੇ ਮਜ਼ਦੂਰ ਸੀਗੇ ਨਰੇਗਾ ਦੇ, ਤੇ ਅੱਜ ਨਰੇਗਾ ਦੇ ਵੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਭ ਤੋਂ ਪਹਿਲਾਂ ਸਾਡੀ ਰੋਟੀ ਖਾਈ ਜਾਣੀ ਆ, ਜਿਹੜੀ ਸਾਡੀ ਫ੍ਰੀ 2 ਰੁਪਏ ਵਾਲੀ ਕਣਕ ਆ ਇਹ ਖਤਮ ਹੋ ਜਾਣੀ ਆ, ਸਾਡੇ ਬਿਜਲੀ ਦੇ ਜਿਹੜੇ ਬਿੱਲ ਆ ਇਹ ਸਾਡੇ ਤੇ ਲਾਗੂ ਹੋ ਜਾਣੇ ਆ, ਸਾਡੇ ਜਿਹੜਾ ਵਜ਼ੀਫਾ ਸਾਨੂੰ ਮਿਲਦਾ ਸੀਗਾ ਇਹ ਖਤਮ ਹੋ ਜਾਣਾ, ਜਿਹੜੀਆਂ ਸਾਡੀਆਂ ਨੌਕਰੀਆਂ ਦੇ ਵਿੱਚ ਆਪਣੇ ਰਿਜ਼ਰਵੇਸ਼ਨ ਸੀ ਇਹ ਖਤਮ ਹੋ ਜਾਈਦਾ। ਹੁਣ ਉਹ ਨਰੇਗਾ ਵਾਲੇ ਤੇ ਆਪਣੇ ਜਿਹੜੇ ਮਜ਼ਦੂਰ ਆ ਉਹ ਲੋਕ ਚੇਤਨ ਹੋ ਚੁੱਕੇ ਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕਾਰਪੋਰੇਟ ਘਰਾਣਿਆਂ ਨੇ ਜੇ ਇਹ ਸਭ ਕੁਝ ਲਾਗੂ ਕਰਤਾ ਤਾਂ ਸਾਡੇ ਪੱਲੇ ਵੀ ਕੁਝ ਨਹੀਂ ਪੈਣਾ। ਸਭ ਤੋਂ ਪਹਿਲਾਂ ਜੇ ਮਾਰ ਪੈਣੀ ਆ ਤਾਂ ਸਾਡੇ ਗਰੀਬ ਜਨਤਾ ਤੇ ਮਜ਼ਦੂਰ ਤੇ ਕਿਰਤੀ ਤੇ ਪੈਣੀ ਆ। ਇਹ ਲੋਕ ਜਿਹੜੇ ਸਾਨੂੰ ਇਹ 3 ਕਾਨੂੰਨ ਦਿੱਤੇ ਆ, ਪਹਿਲਾਂ ਇਹਨਾਂ ਨੇ ਡਰਾਇਆ ਸਾਨੂੰ, ਕਰੋਨਾ ਲਿਆਂਦਾ, ਕਰੋਨਾ ਆਪਦੇ ਆਪ ਨਹੀਂ ਆਇਆ, ਕਾਰਪੋਰੇਟ ਘਰਾਣਿਆਂ ਦੀ ਦੇਣ ਆ। ਹਾਂਜੀ, ਤੇ ਸਾਡੀਆਂ ਸਰਕਾਰਾਂ ਨੇ ਕਾਰਪੋਰੇਟ ਦੇ ਇਸ਼ਾਰਿਆਂ ਤੇ ਚੱਲਦੇ ਮੋਦੀ ਨੇ ਸਾਨੂੰ ਡਰਾਇਆ, ਅੰਦਰ ਵਾੜਿਆ ਤੇ ਫਿਰ ਕਾਲੇ ਕਾਨੂੰਨ ਲਿਆਂਦੇ। ਇਹ 3 ਕਾਲੇ ਕਾਨੂੰਨ ਨਹੀਂ ਲਿਆਂਦੇ, ਇਹਨਾਂ ਨੇ ਮੁਲਾਜ਼ਮਾਂ ਦੇ, ਕਿਰਤੀਆਂ ਦੇ ਤੇ ਸਾਡੇ ਉਹ ਵੀ 40 ਦੇ ਕਰੀਬ ਕਾਨੂੰਨ ਲਿਆਂਦੇ ਆ ਜਿਹੜੇ ਮਜ਼ਦੂਰ ਤੇ ਆਪਣਾ ਮੁਲਾਜ਼ਮ ਮਾਰੂਗਾ। ਨਵੀਂ ਭਰਤੀ ਖਤਮ ਕਰ ਦੇਣੀ ਆ, ਸਾਡੀ 1-4 ਤੋਂ ਦਿਹਾੜੀ 12 ਘੰਟੇ ਦੀ ਕਰਨ ਜਾ ਰਿਹਾ, ਕਿਉਂਕਿ ਕਿੱਡਾ ਵੱਡਾ ਉਸ ਫੈਕਟਰੀਆਂ ਨੂੰ ਇਹਨਾਂ ਨੇ ਫਾਇਦਾ ਕਰਨਾ। ਜੇ 1 ਲੱਖ ਮਜ਼ਦੂਰ ਕੰਮ ਕਰਦਾ ਫੈਕਟਰੀਆਂ ਦੇ ਵਿੱਚ, ਜਦੋਂ 12 ਘੰਟੇ ਦੀ ਦਿਹਾੜੀ ਕਰਤੀ ਤਾਂ 33,000 ਲੋਕਾਂ ਦੇ ਹੱਥ ਵਿਹਲੇ ਹੋ ਜਾਣੇ ਆ। ਜਿੱਥੇ ਇਹ ਗੱਲ ਕਰਦਾ ਸੀ ਨਾ ਮੈਂ 2 ਕਰੋੜ ਰੁਜ਼ਗਾਰ ਦੇਵਾਂਗਾ, ਇਹਨੇ ਤਾਂ ਕਰੋੜਾਂ ਅਰਬਾਂ ਜਿਹੜੇ ਸਾਡੇ ਰੁਜ਼ਗਾਰ ਤੇ ਕਿਰਤੀ ਲੱਗੇ ਹੋਏ ਸੀਗੇ ਉਹਨਾਂ ਨੂੰ ਬੇਕਾਰ ਕਰ ਦੇਣਾ, ਬੇਕਾਰ ਕਰਤਾ। ਤੇ ਮੈਂ ਤਾਂ ਇੱਕੋ ਹੀ ਇਹਨਾਂ ਨੂੰ ਸੁਜੈਸ਼ਨ ਦੇਵਾਂਗਾ, ਸਾਡੇ ਜਿਹੜੇ ਸਾਥੀ ਆ ਵੀ ਹੁਣ ਘਰਾਂ ਤੋਂ ਬਾਹਰ ਆਪਾਂ ਨਿਕਲੇ ਆ, ਹੁਣ ਆਪਾਂ ਘਰਾਂ ਦੇ ਵਿੱਚ ਉਦੋਂ ਹੀ ਵੜਾਂਗੇ ਜਦੋਂ ਮੁਲਾਜ਼ਮ ਮਾਰੂ ਕਾਨੂੰਨ, ਕਿਸਾਨ ਮਾਰੂ ਕਾਨੂੰਨ ਜਦੋਂ ਅਸੀਂ ਵਾਪਸ ਕਰਾ ਲਾਂਗੇ। ਇਕੱਲੇ 3 ਕਾਨੂੰਨਾਂ ਦਾ ਸਾਡਾ ਗੁਜ਼ਾਰਾ ਨਹੀਂ, ਕਿਉਂਕਿ ਇਹ ਤਾਂ ਸਾਨੂੰ ਉਦੋਂ ਪਹਿਲਾਂ ਵੀ ਸਾਡੇ ਜਿਹੜੇ ਜੱਟ ਸੀ ਖੁਦਕਸ਼ੀਆਂ ਕਰ ਰਹੇ ਸੀਗੇ, ਕਿਉਂਕਿ ਸਾਡੀ ਜਿਹੜੀ ਆਮਦਨ ਸੀਗੀ ਖੇਤੀ ਤੋਂ ਉਹ ਜਿੰਨੀ ਸਾਡੀ ਲਾਗਤ ਸੀਗੀ ਉਦੋਂ ਵੀ ਘੱਟ ਸਾਨੂੰ ਮੁੱਲ ਮਿਲਦਾ ਸੀ। ਪਰ ਸਾਡੀਆਂ ਜਿਹੜੀਆਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਉਹ ਤਾਂ ਵੱਖਰੀ ਆ, MSP ਸਾਡੀ ਵੱਖਰੀ ਆ, ਅਸੀਂ ਉਹ ਵੀ MSP ਵੀ ਲੈਣੀ ਆ ਤੇ ਜਿਹੜੇ ਇਹ ਕਾਲੇ ਕਾਨੂੰਨ ਵੀ ਵਾਪਸ ਕਰਾਉਣੇ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਅਸੀਂ ਉਹ ਲਾਗੂ ਕਰਾਉਣੀ ਤੇ ਜਿਹੜੇ ਮੁਲਾਜ਼ਮਾਂ ਦੇ ਕਿਰਤੀਆਂ ਦੇ ਇਹਨੇ ਕਾਨੂੰਨ ਬਣਾਏ ਆ ਉਹ ਵੀ ਵਾਪਸ ਲੈ ਕੇ ਅਸੀਂ ਘਰੇ ਵੜਨਾ ਏ। ਮੋਦੀ ਨੂੰ ਸਾਡੇ ਇਤਿਹਾਸ ਦਾ ਨਹੀਂ ਪਤਾ ਹੈਗਾ, ਅਸੀਂ ਉਹਨਾਂ ਲੋਕਾਂ ਦੇ, ਉਹਨਾਂ ਭਗਤ ਸਿੰਘ ਸ਼ਹੀਦ ਊਧਮ ਸਿੰਘ ਦੇ ਅਸੀਂ ਵਾਰਸਾਂ। ਅਸੀਂ ਜੇ ਕੁਝ ਕਹਿਤਾ ਤਾਂ ਅਸੀਂ ਪਿੱਛੇ ਨਹੀਂ ਹਟਿਆ। ਉਹ ਅਡਵੈਰ ਜਿਹੜਾ ਕਹਿੰਦਾ ਸੀ ਮੈਂ ਕਰਤਾ, ਤਾਂ ਸਾਡੇ ਸਾਥੀ ਊਧਮ ਸਿੰਘ ਸ਼ਹੀਦ ਨੇ ਉਹਦੇ ਮਗਰ ਜਾ ਕੇ ਉੱਥੇ ਕਰਤਾ। ਅਸੀਂ ਤਾਂ ਫੇਰ ਦਿੱਲੀ ਦੇ ਵਿੱਚ ਜਿਹੜਾ ਅਸੀਂ 6-6 ਮਹੀਨੇ ਰਾਸ਼ਨ ਲੈ ਕੇ ਗਿਆ ਸੀ ਉਹ ਤਾਂ ਸਾਡੀਆਂ ਟਰਾਲੀਆਂ ਦੇ ਵਿੱਚ ਹੀ ਪਿਆ। ਹਜੇ ਤਾਂ ਅਸੀਂ ਦੂਜਾ ਰਾਸ਼ਨ ਹੀ ਜਿਹੜੇ ਸੇਵਾ 'ਚ ਸਾਡੇ ਜਾ ਰਿਹਾ ਏ ਉਹ ਜਾ ਰਿਹਾ ਏ, ਤੇ ਅਸੀਂ ਮੋਦੀ ਨੂੰ ਚੇਤਾਵਨੀ ਦਿੰਦੇ ਆ ਅਸੀਂ ਉਹਦੇ ਜ਼ਿਕਰ ਵਾਪਸ ਨਹੀਂ ਪੰਜਾਬ ਆਉਣਾ, ਨਾ ਕਿਸੇ ਵੀ ਸਟੇਟ ਨੇ ਵਾਪਸ ਨਹੀਂ ਆਉਣਾ ਜਿਹਦੇ 'ਚ ਕਾਲੇ ਕਾਨੂੰਨ ਤੇ ਜਿਹੜੇ ਸਾਡੇ ਮਾਰੂ ਕਾਨੂੰਨ ਇਹਨੇ ਲਾਗੂ ਕੀਤੇ ਆ ਉਹ ਵਾਪਸ ਕਰਾ ਕੇ ਆਵਾਂਗੇ। ਹਜੇ ਵੀ ਮੋਦੀ ਕੋਲੇ ਟਾਈਮ ਆ ਵੀ ਆਪਦੇ ਕਾਨੂੰਨ, ਹਜੇ ਵੀ ਉਹਦੀ ਇੱਜ਼ਤ ਹੱਥ ਜਾ ਵੀ ਹੁਣ ਵਾਪਸ ਕਰਦੇ। ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ, ਤੂੰ ਇੱਥੇ ਐਲਾਨ ਕਰ ਦੇ, ਨਹੀਂ ਤਾਂ ਅਸੀਂ ਗਲ 'ਚ ਅੰਗੂਠਾ ਦੇ ਕੇ ਇਹ ਵਾਪਸ ਕਰਾ ਹੀ ਲੈਣੇ ਆ। ਠੀਕ ਹੈ ਜੀ। ਸੋ ਇਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਵਾਪਸ ਨਹੀਂ ਆਵਾਂਗੇ। MSP ਦੇ ਉੱਤੇ ਖਰੀਦ ਦੀ ਗਰੰਟੀ ਕਾਨੂੰਨ ਆ ਜਿਹੜਾ ਉਹ ਵੀ ਬਣਾਇਆ ਜਾਊ, ਸਵਾਮੀਨਾਥਨ ਰਿਪੋਰਟ ਵੀ ਲਾਗੂ ਕਰਾਈ ਜਾਊਗੀ। ਸੋ ਇਹਨਾਂ ਦਾ ਕਹਿਣਾ ਉਹਨਾਂ ਚਿਰ ਕਿਸਾਨ ਆ ਜਿਹੜੇ ਵਾਪਸ ਨਹੀਂ ਆਉਣਗੇ। ਹਜੇ ਤਾਂ ਉਹ ਕਹਿੰਦੇ ਜਿਹੜਾ ਸੇਵਾ 'ਚ ਰਾਸ਼ਨ ਜਾ ਰਿਹਾ ਉਹੀ ਛਕ ਰਹੇ ਆ, ਜਿਹੜਾ ਆਪ ਦਾ ਰਾਸ਼ਨ ਲੈ ਕੇ ਗਏ ਆ ਉਹ ਅਜੇ ਖੋਲ੍ਹਣਾ 6 ਮਹੀਨੇ ਉਦੋਂ ਫੇਰ ਅਜੇ ਰਾਸ਼ਨ ਪਿਆ। ਉਹ ਕਹਿੰਦੇ ਹਜੇ ਅਸੀਂ ਆਉਣਾ ਨਹੀਂ। ਸੋ ਸਰਕਾਰ ਨੂੰ ਵੀ ਚਾਹੀਦਾ, ਲੋਕਾਂ ਲਈ ਬਣਾਈ ਜਾਂਦੀ ਆ, ਲੋਕਾਂ ਦੁਆਰਾ ਚੁਣੀ ਜਾਂਦੀ ਆ, ਇਹ ਨਹੀਂ ਕਿ ਲੋਕ ਕਹਿਣ ਤੇ ਉਹ ਮੰਨੇ ਨਾ। ਇਹੋ ਜਿਹੇ ਫਰਮਾਨ ਸਰਕਾਰ ਨੂੰ ਨਹੀਂ ਜਾਰੀ ਕਰਨੇ ਚਾਹੀਦੇ। ਸੋ ਅੱਗੇ ਵੀ ਤੁਹਾਡੀ ਗੱਲਬਾਤ ਕਰਾਵਾਂਗੇ, ਬਣੇ ਰਹੋ। D5 ਚੈਨਲ ਪੰਜਾਬੀ ਲਈ ਚਮਕੌਰ ਸਿੰਘ ਲੋਪੋ, ਮੋਗਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।